ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਲੜੀ ਵਿਚਿੱਤਰ ਨਾਟਕ ਉੱਪਰ ਜੋ ਸਾਡੀ ਚੱਲ ਰਹੀ ਹੈ, ਅੱਜ ਦਾ ਜੋ ਪ੍ਰਸੰਗ ਹੈ ਉਹ ਹੈ ਅਰਹੰਤ ਦੇਵ ਅਵਤਾਰ। 24 ਅਵਤਾਰਾਂ ਦੀ ਕਥਾ ਲਿਖੀ ਗਈ ਹੈ, ਉਹਦੇ ਵਿੱਚੋਂ ਇਹ 15ਵੇਂ ਅਵਤਾਰ ਹਨ। ਅਰਹੰਤ ਅਵਤਾਰ ਬਾਕੀ ਸਾਰੇ ਅਵਤਾਰਾਂ ਨਾਲੋਂ ਇਸ ਦੀ ਕਥਾ, ਇਸ ਦੀ ਕਹਾਣੀ ਵਿਲੱਖਣ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸੰਸਾਰ ਵਿੱਚ, ਸਮਾਜ ਵਿੱਚ ਕਿਸੇ ਨੂੰ ਹਰਾਉਣ ਦੇ ਕਈ ਤਰੀਕੇ ਹਨ। ਵਿਰੋਧੀ ਜਦੋਂ ਹਰਾਉਣਾ ਚਾਹੁੰਦਾ ਹੈ ਤਾਂ ਸਾਡੇ ਦੇਸ਼ ਵਿੱਚ 4 ਤਰੀਕੇ ਜਿਹੜੇ ਆ ਉਹ ਮੁੱਖ ਮੰਨੇ ਗਏ ਹਨ। ਉਹ ਕਿਹੜੇ ਤਰੀਕੇ ਨੇ? ਸਾਮ, ਦਾਮ, ਦੰਡ, ਭੇਤ। ਅੱਜ ਦੀ ਜਿਹੜੀ ਸਾਡੀ ਕਹਾਣੀ ਹੈ, ਅੱਜ ਦਾ ਜਿਹੜਾ ਮਿਥਿਹਾਸਿਕ ਗਾਥਾ ਹੈ, ਇਹ ਮੁੱਖ ਤੌਰ 'ਤੇ ਭੇਤ ਜਿਹੜਾ ਚੌਥਾ ਹਿੱਸਾ ਹੈ, ਚੌਥਾ ਤਰੀਕਾ ਹੈ, ਉਸ ਦੇ ਉੱਤੇ ਹੈ। ਕਹਾਣੀ ਸ਼ੁਰੂ ਕਿੱਦਾਂ ਹੁੰਦੀ ਹੈ? ਪੂਰੇ ਇਸ ਵਿਚਿੱਤਰ ਨਾਟਕ ਵਿੱਚ 2 ਤਰ੍ਹਾਂ ਦੇ ਗਰੁੱਪ ਬਣਾਏ ਗਏ ਨੇ। 2 ਤਰ੍ਹਾਂ ਦੀ ਸਮਾਜ ਦੀ ਸਿਰਜਣਾ ਦੱਸੀ ਗਈ ਹੈ। ਇੱਕ ਦੇਵਤੇ, ਦੂਜੇ ਦੈਂਤ। ਇਸ ਵਿੱਚ ਆਪਾਂ ਜੋ ਕਹਾਣੀ ਸ਼ੁਰੂ ਹੁੰਦੀ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ, ਜਦੋਂ ਦੈਂਤ ਪਸਾਰਾ ਕਰਦੇ ਹਨ ਤਦੋਂ ਵਿਸ਼ਨੂੰ ਉਹਨਾਂ ਦਾ ਨਾਚ ਕਰਦਾ ਹੈ। ਇੱਕ ਵਾਰੀ ਸਾਰੇ ਦੈਂਤ ਕਿਸੇ ਥਾਂ ਇਕੱਠੇ ਹੋ ਗਏ ਅਤੇ ਦੈਂਤ ਗੁਰੂ ਸ਼ੁਕਰਾਚਾਰੀਆ ਦੇ ਘਰ ਨੂੰ ਚਲੇ ਗਏ। ਉਹਨਾਂ ਦੀ ਪ੍ਰੋਬਲਮ ਕੀ ਸੀ? ਉਹਨਾਂ ਦੀ ਮੁਸ਼ਕਿਲ ਕੀ ਸੀ? ਮੁਸ਼ਕਿਲ ਇਹ ਸੀ, ਸਾਰਿਆਂ ਨੇ ਮਿਲ ਕੇ ਅਜਿਹਾ ਵਿਚਾਰ ਕੀਤਾ ਕਿ ਦੇਵਤੇ ਸਦਾ ਦੈਂਤਾਂ ਦਾ ਨਾਚ ਕਰਦੇ ਹਨ, ਇਸ ਲਈ ਕੋਈ ਅਜਿਹੀ ਚਾਲ ਚੱਲੀ ਜਾਵੇ ਜਿਸ ਕਰਕੇ ਸਾਡੀ ਗੱਲ ਬਣ ਜਾਏ। ਹਰ ਬੰਦਾ ਇਸ ਸੰਸਾਰ ਵਿੱਚ ਆਪਣੀ ਸੁਰੱਖਿਆ ਚਾਹੁੰਦਾ ਹੈ, ਆਪਣਾ ਬਚਾਓ ਚਾਹੁੰਦਾ ਹੈ। ਪੂਰੇ ਗ੍ਰੰਥ ਵਿੱਚ ਦੇਵਤਿਆਂ ਅਤੇ ਰਾਖਸ਼ਾਂ, ਦੁਸ਼ਟਾਂ, ਇਹਨਾਂ ਦਾ ਜਿਹੜਾ ਹੈ ਦੈਂਤਾਂ ਦਾ ਯੁੱਧ ਦਾ ਵਰਣਨ ਹੈ। ਦੈਂਤਾਂ ਨੂੰ ਘਟੀਆ, ਨਿਕੰਮੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦੇਵਤਿਆਂ ਨੂੰ ਸੁਪਰ, ਚੰਗੇ। ਪਰ ਪੂਰੇ ਇਸ ਮਿਥਿਹਾਸਕ ਗ੍ਰੰਥ ਵਿੱਚ ਕਿਤੇ ਵੀ ਸਾਨੂੰ ਇਹ ਨਹੀਂ ਮਿਲਿਆ ਜਿੱਥੇ ਦੈਂਤਾਂ ਨੇ ਕੋਈ ਭੈੜਾ ਕੰਮ ਕੀਤਾ ਹੋਵੇ, ਕੋਈ ਕੁਕਰਮ ਕੀਤਾ ਹੋਵੇ, ਕੋਈ ਚਲਾਕੀ ਸ਼ੈਤਾਨੀ ਕੀਤੀ ਹੋਵੇ। ਹਰ ਜਗ੍ਹਾ ਸਾਨੂੰ ਇਹੀ ਲੱਭਦਾ ਹੈ ਕਿ ਜਿਹੜੇ ਦੇਵਤੇ ਨੇ, ਪਹਿਲੀ ਗੱਲ ਉਹ ਡਰਪੋਕ ਨੇ, ਦੂਜੀ ਗੱਲ ਉਹ ਸ਼ੈਤਾਨ ਨੇ, ਉਹ ਲੂੰਬੜ ਚਾਲਾਂ ਖੇਲਦੇ ਨੇ, ਔਰ ਦੈਂਤ ਜਿਹੜੇ ਨੇ ਬਹਾਦਰ ਜ਼ਰੂਰ ਨੇ ਪਰ ਭੋਲੇ ਭਾਲੇ ਨੇ। ਇਹਨਾਂ ਦੀ ਚੁੰਗਲ ਵਿੱਚ ਫਸ ਜਾਂਦੇ ਨੇ ਔਰ ਇਹ ਆਪਣੀਆਂ ਚਲਾਕੀਆਂ, ਸ਼ੈਤਾਨੀਆਂ ਦੁਆਰਾ ਦੈਂਤਾਂ ਨੂੰ ਪਰਾਜਿਤ ਕਰਦੇ ਨੇ। ਉੱਦਾਂ ਉਹ ਬਹਾਦਰ ਨੇ, ਉਹ ਤਗੜੇ ਨੇ, ਪਰ ਕਿਉਂਕਿ ਇਹ ਸ਼ੈਤਾਨ ਨੇ, ਚਲਾਕੀਆਂ ਕਰਕੇ ਉਹਨਾਂ ਨੂੰ ਹਰਾ ਦਿੰਦੇ ਨੇ। ਔਰ ਸਾਰੇ ਜਿੰਨੇ ਕੁਕਰਮ ਨੇ, ਜਿੰਨੇ ਭੈੜੇ ਕੰਮ ਨੇ, ਉਹ ਦੇਵਤਿਆਂ ਨੂੰ ਕਰਦੇ ਹੋਏ ਦਿਖਾਇਆ ਗਿਆ। ਇਹਨਾਂ ਨੂੰ ਅੱਛੇ ਕਿਹਾ ਗਿਆ, ਪਰ ਸਾਰੇ ਭੈੜੇ ਕੰਮ, ਬਲਾਤਕਾਰ ਤੱਕ ਦੇ ਕੰਮ ਦੇਵਤਿਆਂ ਨੂੰ ਕਰਦੇ ਦਿਖਾਇਆ ਗਿਆ। ਪਰ ਦੈਂਤਾਂ ਦੇ ਨਾਲ ਅਜਿਹੀ ਕੋਈ ਕਹਾਣੀ ਨਹੀਂ ਜੁੜਦੀ। ਤੇ ਆਓ ਅੱਗੇ ਅਸੀਂ ਜਾਣਦੇ ਹਾਂ। ਸਾਰਿਆਂ ਨੇ ਮਿਲ ਕੇ ਅਜਿਹਾ ਵਿਚਾਰ ਕੀਤਾ ਕਿ ਦੇਵਤੇ ਸਦਾ ਦੈਂਤਾਂ ਦਾ ਨਾਚ ਕਰਦੇ ਹਨ, ਇਸ ਲਈ ਕੋਈ ਅਜਿਹੀ ਚਾਲ ਚੱਲੀ ਜਾਵੇ ਜਿਸ ਕਰਕੇ ਸਾਡੀ ਗੱਲ ਬਣ ਜਾਵੇ, ਪਰ ਸਾਡਾ ਬਚਾਅ ਹੋ ਜਾਵੇ, ਅਸੀਂ ਬਚ ਜਾਈਏ, ਅਸੀਂ ਵੀ
ਸੁੱਖ ਆਰਾਮ ਨਾਲ ਜ਼ਿੰਦਗੀ ਬਤੀਤ ਕਰੀਏ। ਦੈਂਤਾਂ ਦੇ ਗੁਰੂ ਨੇ ਇਸ ਤਰ੍ਹਾਂ ਵਚਨ ਕੀਤਾ, ਹੇ ਦੈਂਤੋ, ਤੁਸਾਂ ਨੇ ਇਸ ਭੇਦ ਨੂੰ ਪਛਾਣਿਆ ਨਹੀਂ ਹੈ। ਉਹ ਦੇਵਤੇ ਮਿਲ ਕੇ ਬਹੁਤ ਤਰ੍ਹਾਂ ਦੇ ਜਗ ਕਰਦੇ ਹਨ, ਇਸ ਕਰਕੇ ਉਹ ਦਿਨ ਰਾਤ ਸੁਖਪੂਰਵਕ ਕੱਟਦੇ ਹਨ। ਲਓ, ਇੱਥੇ ਇੱਕ ਜਿਹੜੀ ਚੀਜ਼ ਹੈ, ਜਿਹੜੀ ਜੜ ਲਾਈ ਗਈ ਹੈ, ਉਹ ਇਸ ਗੱਲ ਦੀ ਲਾਈ ਗਈ ਹੈ, ਪ੍ਰੋੜਤਾ ਇਸ ਗੱਲ ਦੀ ਕੀਤੀ ਗਈ ਹੈ ਕਿ ਜਗ ਕਰਨ ਨਾਲ ਬਹੁਤ ਸਾਰੇ ਲਾਭ ਮਿਲਦੇ ਹਨ। ਹੁਣ ਮੈਂ ਸਿੱਖਾਂ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਅਜਿਹਾ ਕੁਝ ਕਿਹਾ ਗਿਆ ਹੈ ਜਿੱਥੇ ਤੁਹਾਨੂੰ ਇਹ ਪਤਾ ਲੱਗਾ ਹੋਵੇ ਕਿ ਜਗ ਕਰਨ ਨਾਲ ਬਲੀ ਦੇਣਾ, ਕੋਈ ਜਦੋਂ ਜਗ ਕਰਨਾ ਹੈ ਉਦੋਂ ਬਲੀ ਵੀ ਦੇਣੀ ਹੈ। ਜਗ ਕਰਨ ਨਾਲ, ਬਲੀ ਦੇਣ ਨਾਲ ਕੋਈ ਚੰਗਾ ਕੰਮ ਹੋ ਸਕਦਾ ਹੈ, ਕੋਈ ਕਾਰਜ ਸਵਰ ਸਕਦਾ ਹੈ ਕਿ ਕਿਤੇ, ਕਿਉਂਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹਾ ਕਿਤੇ ਕੁਝ ਨਹੀਂ ਲੱਭਾ। ਕਿਸੇ ਗੁਰਸਿੱਖ ਨੂੰ ਲੱਭੇ ਤਾਂ ਉਹ ਜ਼ਰੂਰ ਦੱਸਣ ਦੀ ਕਿਰਪਾ ਕਰੇ। ਸੋ ਇਹਦੇ ਵਿੱਚ ਇਹ ਚੀਜ਼ ਬੀਜ ਦਿੱਤਾ ਗਿਆ ਕਿ ਜਗ ਕਰਨਾ ਬਹੁਤ ਉੱਤਮ ਕੰਮ ਹੈ, ਬਲੀਆਂ ਦੇਣਾ ਬਹੁਤ ਉੱਤਮ ਕੰਮ ਹੈ। ਤੁਸੀਂ ਵੀ ਜਗ ਦਾ ਆਰੰਭ ਕਰ ਦਿਓ। ਸ਼ੁਕਰਾਚਾਰੀਆ ਜੋ ਦੈਂਤਾਂ ਦਾ ਗੁਰੂ ਸੀ, ਉਸਨੇ ਦੈਂਤਾਂ ਨੂੰ ਕਿਹਾ ਤੁਸੀਂ ਵੀ ਜਗ ਕਰਨਾ ਆਰੰਭ ਕਰ ਦਿਓ ਤਾਂ ਤੇ ਯੁੱਧ ਵਿੱਚ ਤੁਹਾਡੀ ਵੀ ਜਿੱਤ ਹੋਵੇਗੀ। ਇਹ ਗੱਲ ਮੰਨ ਕੇ ਦੈਂਤਾਂ ਨੇ ਜਗ ਆਰੰਭ ਕਰ ਦਿੱਤਾ। ਜਗ ਦੀ ਗੱਲ ਸੁਣ ਕੇ ਦੇਵਪੁਰੀ ਕੰਬ ਗਈ। ਲਓ ਜੀ, ਅਸੀਂ ਤਾਂ ਕਹਿੰਦੇ ਹਾਂ ਕਿ ਸਾਰੀ ਦੁਨੀਆ ਪ੍ਰਭੂ ਦੇ ਗੁਣ ਗਾਵੇ, ਪ੍ਰਭੂ ਦੇ ਗੁਣਾਂ ਅਨੁਸਾਰ ਜੀਵਨ ਬਤੀਤ ਕਰੇ, ਭਾਵ ਧਰਮ ਕਰਮ ਕਰੇ ਤਾਂ ਕਿ ਸੋਹਣੇ ਸਮਾਜ ਦੀ ਸਿਰਜਣਾ ਹੋਵੇ, ਸਾਰਾ ਸੰਸਾਰ ਸੁਖੀ ਵਸੇ। ਔਰ ਜਿਹੜਾ ਬੇਗਮਪੁਰਾ ਸ਼ਹਿਰ ਵਸਾਉਣ ਦੀ ਗੱਲ ਗੁਰਬਾਣੀ ਦੱਸਦੀ ਹੈ, ਜਿੱਥੇ ਕੋਈ ਗਮ ਨਾ ਹੋਵੇ, ਸਾਰੇ ਪਿਆਰ ਨਾਲ, ਸਾਰੇ ਸਤਿਕਾਰ ਨਾਲ, ਖੁਸ਼ੀਆਂ ਖੇੜੇ ਨਾਲ ਰਹਿਣ, ਗੁਰਮਤ ਦਾ ਵਿਧਾਨ ਇਹ ਹੈ। ਪਰ ਇੱਥੇ ਇਸ ਗਾਥਾ ਵਿੱਚ, ਇਸ ਇਤਿਹਾਸਕ ਕਹਾਣੀ ਵਿੱਚ ਇਹ ਦੱਸਿਆ ਗਿਆ ਕਿ ਜਦੋਂ ਰਾਖਸ਼ ਦੈਂਤ ਚੰਗਾ, ਇਸ ਲਿਖੇ ਅਨੁਸਾਰ ਚੰਗਾ ਕੰਮ, ਸਾਡੇ ਸਿੱਖ ਧਰਮ ਅਨੁਸਾਰ ਨਹੀਂ, ਇਸ ਵਿਧਾਨ ਅਨੁਸਾਰ ਚੰਗਾ ਕੰਮ ਕਰਨ ਲੱਗੇ ਕਿ ਉਹ ਜਗ ਕਰਨ ਲੱਗੇ, ਬਲੀਆਂ ਦੇਣ ਲੱਗੇ, ਤਾਂ ਜਿਹੜੇ ਚੰਗੇ ਪੁਰਸ਼ ਜਿਨ੍ਹਾਂ ਨੂੰ ਕਿਹਾ ਗਿਆ ਉਹ ਬੜੇ ਹੀ ਘਬਰਾਏ। ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਭਈ ਜਿਹੜਾ ਚੰਗਾ ਕੰਮ ਅਸੀਂ ਕਰਦੇ ਹਾਂ, ਉਹ ਦੂਜੇ ਜਿਹੜੇ ਘਟੀਆ ਲੋਕ ਸਨ ਉਹ ਵੀ ਚੰਗਾ ਕੰਮ ਕਰਨ ਲੱਗ ਗਏ, ਸਮਾਜ ਸੋਹਣਾ ਬਣ ਜੂ। ਪਰ ਇੱਥੇ ਕਹਾਣੀ ਵਿੱਚ ਇਹਨਾਂ ਨੂੰ ਵਕਤ ਪੈ ਗਿਆ ਕਿ ਇਹ ਤਾਂ ਸਾਡੀ ਸ਼ਕਤੀ ਚਲੇ ਜਾਣੀ ਆ, ਉਹਨਾਂ ਨੇ ਸਾਡੇ ਬਰਾਬਰ ਆ ਜਾਣਾ, ਅਤੇ ਗੱਲ ਬੜੀ ਔਖੀ ਹੋ ਗਈ। ਅਸੀਂ ਉਹਨਾਂ ਨੂੰ ਆਪਣੇ ਗੁਲਾਮ ਬਣਾ ਕੇ ਰੱਖਣਾ ਸੀ, ਪਰ ਇਹ ਤਾਂ ਜਗ ਕਰਨ ਲੱਗ ਗਏ, ਇਹਦੀ ਬਲੀ ਦੇਣ ਲੱਗ ਗਏ, ਇਹ ਤਾਂ ਗੱਲ ਹੋ ਗਈ ਮੁਸ਼ਕਲ। ਤਾਂ ਇਸ ਤਰ੍ਹਾਂ ਕਰਕੇ ਵਿਸ਼ਨੂੰ ਨੇ ਸਾਰਿਆਂ ਦੇਵਤਿਆਂ ਨੂੰ ਬੁਲਾ ਕੇ ਵਿਚਾਰ ਕਰਨ ਲਈ ਕਿਹਾ। ਵਿਸ਼ਨੂੰ ਉਹਨਾਂ ਦਾ ਲੀਡਰ ਸੀ, ਉਸਨੇ ਸਾਰਿਆਂ ਨੂੰ ਬੁਲਾ ਕੇ ਵਿਚਾਰ ਕਰਨ ਲਈ ਕਿਹਾ। ਅੱਗੋਂ ਦੇਵਤਿਆਂ ਨੇ ਕਿਹਾ, ਹੇ ਦੈਂਤਾਂ ਨੂੰ ਨਾਸ਼ ਕਰਨ ਵਾਲੇ, ਤੁਸੀਂ ਹੀ ਕੁਝ ਉਪਾਅ ਕਰੋ। ਪਹਿਲਾਂ ਵਿਸ਼ਨੂੰ ਨੇ ਉਹਨਾਂ ਨੂੰ ਵਿਚਾਰ ਕਰਨ ਨੂੰ ਕਿਹਾ ਵੀ ਦੇਖੋ ਖਤਰਾ ਆ ਗਿਆ, ਹੁਣ ਜਿਹੜੇ ਹਥਿਆਰ ਤੁਹਾਡੇ ਕੋਲ ਸੀ ਇਹ ਤੁਹਾਡੇ ਵਿਰੋਧੀ, ਅੱਜ ਕੱਲ੍ਹ ਦੇਸ਼ਾਂ ਦੇ ਵਿੱਚ ਚੱਲਦਾ ਨਹੀਂ ਵੀ ਆਹ ਮਿਜ਼ਾਈਲ ਤੋਂ ਮਿਜ਼ਾਈਲ ਦੂਜੇ ਕੋ ਵੀ ਆ, ਨਿਊਕਲੀਅਰ ਬੰਬ ਤੁਹਾਡੇ ਕੋਲ ਦੂਜੇ ਕੋ ਵੀ ਆ, ਅਤੇ ਉਹ ਦੂਜਾ ਦੇਸ਼ ਘਬਰਾ ਜਾਂਦਾ ਵੀ ਉਹ ਤਾਂ ਬਰਾਬਰ ਦੀ ਟੱਕਰ ਹੋ ਗਈ, ਹੁਣ ਕੁਛ ਉਪਾਅ ਕਰਨਾ ਚਾਹੀਦਾ ਤਾਂ ਕਿ ਉਹ ਸਾਡੇ ਗੋਡੇ ਥੱਲੇ ਰਹਿ ਸਕੇ। ਇੱਥੇ ਦੇਵਤਿਆਂ ਦਾ ਵੀ ਇਹੀ ਹਾਲ ਹੈ, ਇਹ ਦੈਂਤਾਂ ਨੂੰ ਆਪਣੇ ਗੋਡੇ ਥੱਲੇ ਰੱਖਣਾ ਚਾਹੁੰਦੇ ਸਨ। ਸਮਾਜ ਵਿੱਚ ਬਰਾਬਰਤਾ ਦਾ ਅਧਿਕਾਰ ਇਸ ਲਿਖੇ ਅਨੁਸਾਰ ਸਾਨੂੰ ਸਮਝ ਆਉਂਦਾ ਕਿ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ, ਇਸੇ ਕਰਕੇ ਉਹ ਦੈਂਤ ਜਿਹੜੇ ਆ ਲੜਾਈ ਕਰਦੇ ਸਨ। ਉਹ ਬਰਾਬਰਤਾ ਦਾ ਅਧਿਕਾਰ ਚਾਹੁੰਦੇ ਸਨ। ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਬਰਾਬਰਤਾ ਦੀ ਜੁਗਤ ਦੱਸੀ ਵੀ ਜਿਹੜਾ ਧਰਮ ਕਰਮ ਉਹ ਕਰਦੇ ਨੇ ਉਹੀ ਤੁਸੀਂ ਕਰੋ, ਰੱਬ ਖੁਸ਼ ਹੋ ਜੂ, ਤੁਹਾਡੇ ਘਰ ਵੀ ਖੁਸ਼ੀਆਂ ਖੇੜੇ ਆਉਣਗੇ।
ਪਰ ਵਿਸ਼ਨੂੰ ਜਿਹੜਾ ਉਹਨਾਂ ਦਾ ਆਗੂ ਸੀ, ਲੀਡਰ ਸੀ, ਉਸਨੇ ਸਾਰੇ ਦੇਵਤਿਆਂ ਨੂੰ ਇਕੱਠੇ ਕਰਕੇ ਕਿਹਾ ਵੀ ਖਤਰਾ ਬਹੁਤ ਵੱਡਾ ਹੋ ਗਿਆ। ਤੇ ਉਧਰੋਂ ਜਦੋਂ ਦੇਵਤਿਆਂ ਦੇ ਨਾਲ ਗੱਲ ਕੀਤੀ ਤਾਂ ਦੇਵਤਿਆਂ ਨੇ ਸਾਰਾ ਕੰਮ ਜਿਹੜਾ ਵਿਸ਼ਨੂੰ ਨੂੰ ਸੌਂਪ ਦਿੱਤਾ ਵੀ ਭਾਈ ਤੂੰ ਸਾਡਾ ਲੀਡਰ ਹੈ, ਭਈ ਹੁਣ ਸਾਨੂੰ ਕਿਉਂ ਕਹਿ ਰਿਹਾ ਅਸੀਂ ਕੁਝ ਕਰੀਏ, ਸੋਚੀਏ, ਜੋ ਸੋਚਣਾ ਤੂੰ ਹੀ ਸੋਚ। ਤਾਂ ਫਿਰ ਕੀ ਕੀਤਾ, ਵਿਸ਼ਨੂੰ ਨੇ ਕਿਹਾ ਮੈਂ ਹੁਣ ਨਵਾਂ ਸਰੀਰ ਧਾਰਨ ਕਰਾਂਗਾ ਅਤੇ ਦੈਂਤਾਂ ਦੇ ਜੱਗ ਵਿੱਚ ਵਿਘਨ ਪਾਵਾਂਗਾ। ਆਹ ਦੇਖੋ ਧਰਮ ਕਰਮ, ਭਈ ਜੇ ਕੋਈ ਦੂਜਾ ਪਾਠ ਕਰਦਾ, ਦੂਜਾ ਅਖੰਡ ਪਾਠ ਸਾਹਿਬ ਕਰਦਾ, ਮੈਂ ਉਸ ਨੂੰ ਨਹੀਂ ਕਰਨ ਦੇਣਾ, ਕਿਉਂਕਿ ਉਹ ਪਾਠ ਕਰਨ ਨਾਲ ਉਸ ਨੂੰ ਅਕਲ ਆ ਜੂ, ਅਖੰਡ ਪਾਠ ਸਾਹਿਬ ਕਰਨ ਨਾਲ ਉਸ ਨੂੰ ਕੁਝ ਪ੍ਰਾਪਤ ਹੋ ਜੂ, ਉਹ ਪਾਠ ਬਾਣੀ ਪੜ੍ਹ ਰਿਹਾ ਗਿਆਨ ਹੋ ਜੂ, ਗਿਆਨ ਹੋ ਜੂ ਮੇਰੇ ਬਰਾਬਰ ਆ ਜੂ। ਕਹਿੰਦਾ ਮੈਂ ਨਹੀਂ ਕਰਨ ਦਿੰਦਾ, ਮੈਂ ਤਾਂ ਉਹਦੇ ਵਿੱਚ ਜਾ ਕੇ ਵਿਘਨ ਪਾਵਾਂਗਾ। ਤੁਹਾਨੂੰ ਤੁਲਨਾਤਮਕ ਗੱਲ ਕਰ ਰਿਹਾ ਕਿ ਅੱਜ ਗੱਲ ਕਰਨੀ ਹੋਵੇ ਵੀ ਕੋਈ ਜਿਸ ਨੂੰ ਨੀਚ ਕਿਹਾ ਜਾਂਦਾ ਉਹ ਬਾਣੀ ਪੜ੍ਹੇ, ਆਪਣੇ ਜੀਵਨ ਨੂੰ ਉੱਚਾ ਚੁੱਕੇ। ਜਿਹੜੇ ਪਹਿਲਾ ਗਿਆਨੀ ਸਥਾਪਤ ਉਹ ਕਹਿਣ ਨਾ 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 ਪਈ ਇਹ ਕਿੱਦਾਂ ਹੋ ਸਕਦਾ, ਇਹ ਸਾਡੇ ਬਰਾਬਰ ਆ ਗਿਆ, ਹੱਦ ਹੋ ਗਈ, ਅਸੀਂ ਨਹੀਂ ਆਉਣ ਦੇਣਾ, ਅਸੀਂ ਵਿਘਨ ਪਾਉਣਾ, ਅਸੀਂ ਉਸ ਨੂੰ ਪਾਠ ਨਹੀਂ ਕਰਨ ਦੇਣਾ। ਇਵੇਂ ਹੀ ਕੁਝ ਉਸ ਵੇਲੇ ਜਿਹੜਾ ਧਰਮ ਕਰਮ ਸੀਗਾ ਉਹ ਸੀਗਾ ਜੱਗ ਕਰਨੇ, ਬਲੀਆਂ ਦੇਣੀਆਂ। ਤਾਂ ਇੱਧਰੋਂ ਇਹ ਕਹਿੰਦੇ ਆ ਵਿਸ਼ਨੂੰ ਜੀ ਤੇ ਸਾਰੇ ਦੇਵਤੇ ਭਾਈ ਆਹ ਕੰਮ ਇਹਨਾਂ ਨੂੰ ਅਸੀਂ ਕਰਨ ਨਹੀਂ ਦੇਣਾ ਹੈ। ਫਿਰ ਕੀ ਕੀਤਾ, ਵਿਸ਼ਨੂੰ ਨੇ ਬਹੁਤ ਤੀਰਥਾਂ ਦੇ ਇਸ਼ਨਾਨ ਕੀਤੇ। ਇੱਕ ਹੋਰ ਮਨਮਤ ਸਿੱਖ ਧਰਮ ਵਿੱਚ ਡੂੰਘੀ ਰੱਖ ਕੇ ਬੀਜ ਦਿੱਤੀ ਗਈ ਵੀ ਤੀਰਥਾਂ 'ਤੇ ਇਸ਼ਨਾਨ ਕੀਤੇ। ਤੇ ਹੋਰ ਅੱਗੋਂ ਜਿਹੜਾ ਹੋਰ ਇੱਕ ਕੰਮ ਜਿਹੜਾ ਕੀਤਾ, ਉਹਨਾਂ ਨੇ ਬੇਸ਼ੁਮਾਰ ਬ੍ਰਾਹਮਣਾਂ ਨੂੰ ਦਾਨ ਦਿੱਤਾ। ਅੱਜ ਸਾਡੇ ਪੁਜਾਰੀ ਉਹਨਾਂ ਨੂੰ ਦਾਨ ਦਿਓ, ਮਤਲਬ ਬੜਾ ਚੰਗਾ ਕੰਮ, ਚੰਗੇ ਪਾਸੇ ਲਾਇਆ ਨਾ। ਤੀਰਥਾਂ 'ਤੇ ਇਸ਼ਨਾਨ, ਪੂਰੀ ਗੁਰਬਾਣੀ ਪੜ੍ਹ ਲਓ। ਗੁਰੂ ਸਾਹਿਬ ਨੇ ਇਸ਼ਨਾਨ ਕਰਨ ਨਾਲ ਕੋਈ ਵੀ ਪ੍ਰਾਪਤੀ ਨਹੀਂ ਦੱਸੀ। ਇਹ ਕਿਹਾ ਕਿ ਇਸ਼ਨਾਨ ਕਰਨ ਨਾਲ ਤੁਹਾਡਾ ਸਰੀਰ ਸਾਫ਼ ਹੋ ਜਾਊਗਾ, ਸਰੀਰ ਧੋਤਾ ਜਾਊਗਾ, ਮਨ ਨਹੀਂ ਧੋਤਾ ਜਾਣਾ। ਕਿੰਨੀ ਵਾਰੀ ਆਪਾਂ ਗੁਰਬਾਣੀ ਤੋਂ ਇਹ ਵਿਚਾਰਾਂ ਕਰ ਚੁੱਕੇ ਹਾਂ। ਜਲ ਕੇ ਮੰਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਉਹ ਕਹਿੰਦੇ ਵੀ ਇੱਦਾਂ ਗਤੀ ਪ੍ਰਾਪਤ ਨਹੀਂ ਹੋਣੀ, ਠੀਕ ਹੈ। ਨਹਾਤਿਆਂ ਤੁਹਾਡਾ ਸਰੀਰ ਸਾਫ਼ ਹੋਣਾ। ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਨਾਲ ਔਰ ਅਧਿਆਤਮਕ ਪ੍ਰਾਪਤੀ ਕੁਝ ਨਹੀਂ ਹੋਣੀ। ਸਰੀਰ ਨਵਾਂ ਨਰੋਆ ਹੋ ਜਾਊਗਾ, ਸਰੀਰ ਸਾਫ਼ ਹੋ ਜਾਊਗਾ, ਫਿਰ ਤੁਸੀਂ ਨੇਕ ਕੰਮ ਕਰਨ ਲਈ ਤਿਆਰ ਹੋ ਜਾਓਗੇ। ਇੰਨਾ ਕੰਮ ਨਹਾਉਣ ਨਾ ਹੋਣਾ, ਪ੍ਰਾਪਤੀ ਕੁਛ ਨਹੀਂ ਹੋਣੀ। ਪਰ ਇੱਥੇ ਸਾਡੇ ਕੋਲ ਕੀ ਕਰ ਦਿੱਤਾ ਕਿ ਦੋ ਕੰਮ ਹੋਰ। ਪਹਿਲਾ ਕੰਮ ਇੱਕ ਕੀਤਾ ਸੀਗਾ ਕਿ ਉਹਨਾਂ ਨੇ ਜੱਗ ਕਰਨ ਨੂੰ ਬਹੁਤ ਵੱਡੀ ਗੱਲ ਦੱਸਿਆ, ਇਹ ਧਰਮ ਕਰਮ ਦੱਸਿਆ, ਇੱਕ ਚੀਜ਼ ਹੋ ਗਈ। ਦੂਜੀ ਚੀਜ਼ ਹੋ ਗਈ ਤੀਰਥਾਂ 'ਤੇ ਇਸ਼ਨਾਨ ਕਰਨਾ, ਇਸ ਨੂੰ ਵੱਡਾ ਕੰਮ ਦੱਸਦਾ। ਤੀਜੀ ਗੱਲ ਹੋ ਗਈ ਪੁਜਾਰੀਆਂ ਨੂੰ, ਬ੍ਰਾਹਮਣਾਂ ਨੂੰ ਦਾਨ ਕਰਨਾ ਬਹੁਤ ਪੁੰਨ ਦਾ ਕੰਮ ਹੋ ਗਿਆ। ਇੱਕ ਤਿੰਨ ਹੋ ਗਈਆਂ। ਹੁਣ ਅੱਗੇ ਚਲੋ, ਅੱਗੇ ਕੀ ਕਹਿ ਰਹੇ ਨੇ, ਉਹਨਾਂ ਨੇ ਕੀ ਕੀਤਾ, ਬੇਸ਼ੁਮਾਰ ਬ੍ਰਾਹਮਣਾਂ ਨੂੰ ਦਾਨ ਦਿੱਤਾ। ਫਿਰ ਗਿਆਨਵਾਨ ਵਿਸ਼ਨੂੰ ਨੇ ਮਨ ਵਿੱਚ ਗਿਆਨ ਨੂੰ ਵਿਕਸਿਤ ਕੀਤਾ ਅਤੇ ਕਾਲ ਪੁਰਖ ਦਾ ਧਿਆਨ ਧਰਿਆ। ਹੁਣ ਦੇਖੋ ਅਸੀਂ ਕਈ ਕੁਛ ਪੜ੍ਹ ਚੁੱਕੇ ਹਾਂ। ਸ਼ੁਰੂ ਅਸੀਂ ਹੋਏ ਸੀ ਕਾਲ, ਮਹਾਕਾਲ, ਅਕਾਲ, ਸਰਵਕਾਲ, ਅਨਕਾਲ, ਅਤੇ ਹੁਣ ਇੱਥੇ ਆ ਕੇ ਅਸੀਂ ਪਹੁੰਚ ਗਏ ਹਾਂ ਕਾਲ ਪੁਰਖ। ਉਹੀ ਹੀ ਹੈ, ਚੀਜ਼ ਇੱਕੋ ਹੀ ਹੈ। ਜਦੋਂ ਕਾਲ ਪੁਰਖ ਦੀ ਆਰਾਧਨਾ ਕੀਤੀ ਤਾਂ ਫਿਰ ਕੀ ਹੋਇਆ, ਤਦ ਕਾਲ ਪੁਰਖ ਦਿਆਲੂ ਹੋਏ ਅਤੇ ਵਿਸ਼ਨੂੰ ਨੂੰ ਆਪਣਾ ਦਾਸ ਜਾਣ ਕੇ ਮਿੱਠੇ ਵਚਨ ਕਹੇ। ਆ ਰੱਬ ਜੀ ਨੇ ਜਿਹੜੇ ਗੁਰਮਤ ਅਨੁਸਾਰ ਉਹ ਨਿਰਭਉ ਨਿਰਵੈਰ ਨੇ। ਪਰ ਆ ਜਿਹੜਾ ਰੱਬ ਆ ਨਾ, ਇਹ ਦੇਖੋ ਇਹਦਾ ਕੀ ਹਾਲਤ ਹੈ। ਮਿੱਠੇ ਵਚਨ ਕਹੇ, ਹੇ ਵਿਸ਼ਨੂੰ ਤੂੰ ਜਾ ਕੇ ਅਰਹੰਤ ਦੇਵ ਦਾ ਰੂਪ ਧਾਰਨ ਕਰ ਅਤੇ ਜਾ ਕੇ ਦੈਂਤਾਂ ਦੇ ਰਾਜੇ ਦਾ ਨਾਸ਼ ਕਰ। ਵੀ ਦੈਂਤਾਂ ਨੇ ਪਾਪ ਕੀ ਕੀਤਾ,
ਉਹਨਾਂ ਦੇ ਰਾਜੇ ਦਾ ਨਾਚ ਕਰਨ ਨੂੰ ਇਹ ਰੱਬ ਕਿਹੋ ਜਿਹਾ ਕਿਉਂ ਕਹਿ ਰਿਹਾ? ਉਹ ਤਾਂ ਧਰਮ ਕਰਮ ਕਰ ਰਹੇ ਸੀ। ਉਹਨਾਂ ਨੂੰ ਕੋਈ ਪਾਪ ਜੁਰਮ, ਕੋਈ ਜੀਵ ਕੁਛ ਵੀ, ਕਿਸੇ ਦੀ ਧੀ ਭੈਣ ਨੂੰ ਕੁਛ ਨੁਕਸਾਨ ਹੋਇਆ, ਕਿਸੇ ਗਰੀਬ ਨੂੰ ਕੁੱਟਿਆ ਮਾਰਿਆ, ਕਿਸੇ ਨਾਲ ਜਾਤੀ ਨਹੀਂ ਕੀਤੀ। ਉਹ ਸਿਰਫ ਜੱਗ ਕਰ ਰਹੇ ਸਨ, ਜਿਹੜਾ ਕੰਮ ਦੇਵਤੇ ਕਰਦੇ ਸਨ। ਇਹਦੇ ਵਿੱਚ ਕੀ ਬੁਰਾ ਹੋ ਗਿਆ? ਕਿਹੋ ਜਿਹਾ ਰੱਬ ਆ? ਕਹਿੰਦਾ ਵੀ ਜਾ ਕੇ ਉਹਨਾਂ ਦੇ ਰਾਜੇ ਨੂੰ ਮਾਰ ਦਿਓ, ਉਹਨਾਂ ਦੇ ਮੁਖੀ ਨੂੰ ਮਾਰ ਦਿਓ, ਬਾਕੀ ਸਾਰੇ ਆਪੇ ਮਰ ਜਾਣਗੇ। ਇਹ ਸਲਾਹ ਕੌਣ ਦੇ ਰਿਹਾ? ਸ਼ੈਤਾਨੀ ਦੀ। ਇਹ ਰੱਬ ਦੇ ਰਿਹਾ। ਜੇ ਤਾਂ ਇਸ ਰੱਬ ਨੂੰ ਮੰਨਣਾ ਤੇ ਇਸ ਗ੍ਰੰਥ ਦੇ ਡੰਡੌਤ ਕਰਕੇ ਇਸ ਨੂੰ ਬੰਦਨਾ ਕਰੋ, ਇਸ ਨੂੰ ਸਿਰ ਤੇ ਚੁੱਕੋ, ਜੋ ਮਰਜ਼ੀ ਕਰੋ। ਪਰ ਜੇ ਤੁਹਾਡੀ ਸ਼ਕਤੀ, ਤੁਹਾਡੀ ਪਾਵਰ, ਤੁਹਾਡਾ ਰੱਬ, ਸਿੱਖਾਂ ਦਾ ਰੱਬ ਨਿਰਭਉ ਤੇ ਨਿਰਵੈਰ ਹੈ, ਉਹ ਨਿਰਭਉ ਜਿਹੜਾ ਨਿਰਵੈਰ ਰੱਬ ਐਸੀ ਸਲਾਹ ਕਿਸੇ ਨੂੰ ਨਹੀਂ ਦੇਵੇਗਾ ਵੀ ਕੋਈ ਬਾਣੀ ਪੜ੍ਹਦਾ, ਪਾਠ ਕਰਦਾ, ਉਸ ਨੂੰ ਉਹਦੇ ਵਿੱਚੋਂ ਉਠਾ ਦਿਓ, ਉਸ ਨੂੰ ਬਾਣੀ ਨਾ ਪੜ੍ਹਨ ਦਿਓ, ਉਸ ਨੂੰ ਗਿਆਨ ਨਾ ਹਾਸਲ ਕਰਨ ਦਿਓ। ਗੁਰੂ ਨਾਨਕ ਦਾ ਰੱਬ ਐਸਾ ਨਹੀਂ। ਉਹ ਤਾਂ ਖੁਸ਼ ਹੋਊਗਾ ਕਿ ਵਾਹ, ਸਹੀ ਮਾਰਗ ਤੇ ਬੰਦੇ ਆ ਗਏ। ਪਰ ਆ ਜਿਹੜਾ ਰੱਬ ਆ, ਉਹ ਧਰਮ ਕਰਮ ਕਰਨ ਨੂੰ ਪਾਪ ਸਮਝਦਾ, ਗਲਤ ਸਮਝਦਾ। ਤੇ ਇਸ ਅੱਗੇ ਵਿਸ਼ਨੂੰ ਨੂੰ ਜਦੋਂ ਆਗਿਆ ਮਿਲੀ ਤਾਂ ਉਸਨੇ ਕਾਲ ਪੁਰਖ ਦੀ ਵਡਿਆਈ ਕੀਤੀ। ਫਿਰ ਅਰਹੰਤ ਦੇਵ ਬਣ ਕੇ ਧਰਤੀ ਤੇ ਆਇਆ ਅਤੇ ਆ ਕੇ ਹੋਰ ਹੀ ਪੰਥ ਚਲਾ ਦਿੱਤਾ। ਇੱਕ ਨਵਾਂ ਪੰਥ ਵਿਸ਼ਨੂੰ ਨੇ ਚਲਾਇਆ। ਉਹ ਪੰਥ ਕਿਹੋ ਜਿਹਾ ਚਲਾਇਆ ਕਿ ਉਹ ਦੈਂਤਾਂ ਦੇ ਘਰ ਜੰਮਿਆ। ਤੁਹਾਨੂੰ ਮੈਂ ਦੱਸਿਆ ਸੀ ਕਿ ਇਹ ਪੂਰੀ ਕਹਾਣੀ ਵਿੱਚ ਸਾਮ, ਦਾਮ, ਡੰਡ, ਭੇਤ ਵਾਲੀ ਜਿਹੜੀ ਗੱਲ ਹੈ, ਕਿਉਂਕਿ ਜਿੰਨੀਆਂ ਸੰਸਾਰ ਦੇ ਉੱਤੇ ਰੈਵੋਲੂਸ਼ਨਰੀ ਮੂਵਮੈਂਟ ਚੱਲਦੀਆਂ ਨਾ, ਉਹਨਾਂ ਨੂੰ ਖ਼ਤਮ ਕਰਨ ਲਈ ਪਹਿਲਾਂ ਤੇ ਗੱਲਬਾਤ ਹੁੰਦੀ, ਉਹ 'ਚ ਬਲ ਫਰੇਬ ਹੁੰਦਾ। ਗੱਲਬਾਤ ਇਹ ਨਹੀਂ ਹੁੰਦੀ ਕਿਸੇ ਨੂੰ ਕੁਝ ਦੇਣਾ, ਇਹ ਹੁੰਦਾ ਵੀ ਅਗਲੇ ਨੂੰ ਭੁਲੇਖਾ ਪਾਉਣਾ। ਇਹ ਸਾਮ। ਫਿਰ ਜੇ ਨਾਮ ਭੁਲੇਖਾ ਪਾ ਸਕੇ ਫਿਰ ਦਾਮ। ਫਿਰ ਦੇਖਿਆ ਜਾਂਦਾ ਹੈ ਕਿ ਜਿਹੜਾ ਲੀਡਰ ਹੈ, ਜਿਹੜੇ ਮੁਖੀ ਨੇ, ਉਹਨਾਂ ਦੀ ਕੀਮਤ ਕਿੰਨੇ 'ਚ ਵਿਕਣਗੇ, ਕਿੰਨਾ ਧਨ ਦਈਏ, ਦਾਮ ਦਈਏ ਤਾਂ ਕਿ ਉਹ ਖਰੀਦੇ ਜਾ ਸਕਣ, ਤਾਂ ਮੂਵਮੈਂਟ ਨੂੰ ਫੇਲ ਕਰ ਦੇਣਾ। ਔਰ ਤੀਜਾ ਤਰੀਕਾ ਹੁੰਦਾ ਹੈ ਕਿ ਡੰਡ। ਵੀ ਜੇ ਪਹਿਲੇ ਦੋਨੋਂ ਤਰੀਕੇ ਫੇਲ ਹੋ ਗਏ ਤਾਂ ਤੀਜੇ ਤਰੀਕੇ ਡੰਡ ਦੇ ਵਿੱਚ ਕੀ ਕਰਨਾ? ਡੰਡ ਦੇ ਵਿੱਚ ਉਹ ਫਿਰ ਪੂਰੀ ਫੋਰਸਿਸ ਯੂਜ਼ ਕਰਨੀ, ਸ਼ਕਤੀ ਯੂਜ਼ ਕਰਨੀ। ਪਹਿਲੇ ਜਦੋਂ ਤਿੰਨੋਂ ਤਰੀਕੇ ਫੇਲ, ਸ਼ਕਤੀ ਦੇ ਨਾਲ ਵੀ ਨਾ ਦਬਾ ਸਕੇ, ਫਿਰ ਆ ਚੌਥਾ ਤਰੀਕਾ ਹੈ ਕਿ ਉਹਨਾਂ ਵਿੱਚ ਵੜ ਕੇ ਇਹੋ ਜਿਹੇ ਕਾਰਨਾਮੇ ਕਰੋ ਤਾਂ ਕਿ ਉਹ ਤੁਹਾਨੂੰ ਬਹੁਤ ਮਹਾਨ ਮੰਨ ਲੈਣ, ਆਖਰ ਵਿੱਚ ਤੁਹਾਨੂੰ ਆਪਣਾ ਲੀਡਰ ਮੰਨ ਲੈਣ। ਉਹਨਾਂ ਦੇ ਲੀਡਰ ਬਣ ਕੇ ਫਿਰ ਤੁਸੀਂ ਉਹਨਾਂ ਦੇ ਸਾਰੇ ਭੇਤ ਜਾਣ ਲਓ। ਸਾਮ, ਦਾਮ, ਡੰਡ, ਭੇਤ, ਇਹ ਭੇਦ ਜਿਹੜੇ ਨੇ, ਭੇਤ, ਉਹ ਸਾਰੇ ਜਾਣ ਲਓ। ਸਾਰੀਆਂ ਉਹਨਾਂ ਦੀਆਂ ਕਮਜ਼ੋਰੀਆਂ ਲੱਭ ਲਓ, ਉਹਨਾਂ ਨੂੰ ਕੁਰਾਹੇ ਪਾ ਦਿਓ, ਤਾਂ ਤੁਸੀਂ ਉਹਨਾਂ ਨੂੰ ਨਿਕੰਮੇ ਬਣਾ ਦਿਓ, ਤਾਂ ਉਹਨਾਂ ਨੂੰ ਬਰਬਾਦ ਕਰ ਦਿਓ। ਇਹ ਤਰੀਕਾ ਅਰਹੰਤ ਦੇਵ ਦੇ ਰੂਪ ਵਿੱਚ ਵਿਸ਼ਨੂੰ ਨੇ ਸਲਾਹ ਕਿਹਦੀ? ਰੱਬ ਦੀ, ਕਾਲ ਪੁਰਖ ਦੀ ਸਲਾਹ। ਇਹ ਗੁਰਮਤ ਦਾ ਅਕਾਲ ਪੁਰਖ ਤੇ ਨਹੀਂ ਹੋ ਸਕਦਾ। ਗੁਰਮਤ ਦੀ ਸ਼ਕਤੀ ਤੇ ਕਾਨੂੰਨ, ਹੁਕਮ ਰਜਾਈ ਚੱਲਣਾ, ਉਹ ਤਾਂ ਹੁਕਮ ਸਾਰਿਆਂ ਲਈ ਇੱਕੋ ਹੀ ਵਰਤਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ। ਗੁਰਮਤ ਦਾ ਵਿਧਾਨ ਤਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣ ਦਾ ਹੈ। ਪਰ ਆ ਜਿਹੜਾ ਕਾਲ ਪੁਰਖ ਹੈ, ਇਹ ਇੱਕ ਨਜ਼ਰ ਨਾਲ ਸਭ ਨੂੰ ਨਹੀਂ ਦੇਖਦਾ। ਇਹ ਇੱਕ ਦਾ ਪੱਖ ਲੈਂਦਾ, ਦੂਜੇ ਨੂੰ ਖਤਮ ਕਰਨ ਦੀ ਸਾਰੀ ਕੋਸ਼ਿਸ਼ ਕਰਦਾ। ਆਓ ਅਸੀਂ ਅੱਗੇ ਪੜ੍ਹਦੇ ਹਾਂ ਕਿ ਅੱਗੇ ਕੀ ਕੁਛ ਲਿਖਿਆ ਹੋਇਆ ਹੈ। ਜਦੋਂ ਵਿਸ਼ਨੂੰ ਆ ਕੇ ਦੈਂਤਾਂ ਦਾ ਗੁਰੂ ਅਰਹੰਤ ਦੇਵ ਬਣ ਗਿਆ ਤਾਂ ਉਸ ਨੇ ਬਹੁਤ ਤਰ੍ਹਾਂ ਨਾਲ ਆਪਣੇ ਮਤ ਨੂੰ ਚਲਾਇਆ।
ਉਸਨੇ ਸਰੇਵੜਿਆਂ ਦਾ ਮਤ ਪੈਦਾ ਕੀਤਾ ਅਤੇ ਸਾਰੇ ਸੰਤਾਂ ਨੂੰ ਸੁਖ। ਇਹ ਸੰਤ ਜੀ ਉਹੋ ਹੀ ਜਿਹੜੇ ਪਖੰਡੀ ਲੋਕ, ਉਹ ਸੰਤ ਨੇ ਜਿਹੜੇ ਹਰ ਬੰਦੇ ਨੂੰ ਬਰਾਬਰ ਦੀ ਅੱਖ ਨਾਲ ਨਹੀਂ ਦੇਖਦੇ, ਉਹਨਾਂ ਨੂੰ ਸੰਤ ਕਿਹਾ ਗਿਆ। ਜਿਹੜੇ ਦੂਜੇ ਨਾਲ ਈਰਖਾ ਰੱਖਦੇ ਆ ਇਸ ਗ੍ਰੰਥ ਵਿੱਚ, ਉਹ ਸੰਤ ਨੇ। ਸਿੱਖ ਸੰਤ ਕਰਦੇ ਨੇ, ਇਹਦੇ ਵਿੱਚ ਤਾਂ ਸੰਤ ਉਹ ਨੇ ਜਿਹੜੇ ਦੂਜੇ ਨਾਲ ਜੈਲਸੀ ਕਰਦੇ ਨੇ, ਦੂਜੇ ਨੂੰ ਬਰਾਬਰ ਨਹੀਂ ਆਉਣ ਦਿੰਦੇ, ਦੂਜੇ ਨਾਲ ਭੇਦ ਭਾਵ ਕਰਦੇ ਨੇ, ਦੂਜੇ ਜੋ ਧਰਮ ਕਰਮ ਕਰਦੇ ਉਹਨਾਂ ਨੂੰ ਕਰਨ ਨਹੀਂ ਦਿੰਦੇ, ਉਹ ਸੰਤ ਨੇ। ਕਿਉਂਕਿ ਦੇਵਤੇ ਵੀ ਉਹ ਹੀ ਆ ਜਿਹੜੇ ਕੋਈ ਕਰਮ ਕਰਦੇ ਨੇ, ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਸੱਤ ਭੰਗ ਕਰਦੇ ਨੇ, ਉਹ ਦੇਵਤੇ ਨੇ। ਇੱਥੇ ਜਿਹੜੇ ਅਪਸ਼ਰਾਵਾਂ ਦਾ ਨਾਚ ਡਾਂਸ ਦੇਖਦੇ ਨੇ, ਉਹ ਦੇਵਤੇ ਨੇ। ਔਰ ਜਿਹੜੇ ਕੰਮ ਕਰਨ ਵਾਲੇ, ਉਹ ਦੈਂਤ ਹੈ। ਇਹ ਦੇਖੋ ਅੱਗੇ, ਸਾਰਿਆਂ ਦੇ ਹੱਥਾਂ ਵਿੱਚ ਵਾਲ ਪੁੱਟਣ ਵਾਲੇ ਮੋਚਨੇ ਫੜਾ ਦਿੱਤੇ। ਜਿਹੜੇ ਜੈਨੀ ਨੇ ਸਰੇਵੜੇ, ਉਹ ਵਾਲ ਨਹੀਂ ਰਹਿਣ ਦਿੰਦੇ, ਬਹੁਤ ਹੀ ਉਹ ਵਹਿਮ ਕਰਦੇ ਨੇ ਅਜੀਬ ਹੱਤਿਆ ਦਾ। ਸਾਫ਼ ਕਰਕੇ ਜਗ੍ਹਾ ਬੈਠਣਗੇ, ਬਿਲਕੁਲ ਨਹਾਉਂਦੇ ਨਹੀਂ ਆ। ਸਾਰਿਆਂ ਦੇ ਹੱਥਾਂ ਵਿੱਚ ਵਾਲ ਪੁੱਟਣ ਵਾਲੇ ਮੋਚਨੇ ਫੜਾ ਦਿੱਤੇ ਅਤੇ ਬਹੁਤੇ ਦੈਂਤਾਂ ਨੂੰ ਸਿਰ ਤੋਂ ਚੋਟੀਹੀਣ ਕਰ ਦਿੱਤਾ। ਚੋਟੀ ਤੋਂ ਹੀਣਿਆਂ ਨੂੰ ਕੋਈ ਮੰਤਰ ਫੁਰਦਾ ਨਹੀਂ, ਅਤੇ ਜੇ ਕੋਈ ਮੰਤਰ ਜਪਦਾ ਹੈ ਤਾਂ ਉਸ ਦਾ ਪ੍ਰਭਾਵ ਉਲਟਾ ਪੈਂਦਾ ਹੈ। ਜਿਹੜੇ ਹਿੰਦੂ ਧਰਮ ਵਿੱਚ ਚੋਟੀ ਰੱਖਦੇ ਨਾ, ਬੋਧੀ ਵਾਲੇ ਸ਼ਾਸਤਰੀ ਕਹਿੰਦੇ ਵੀ ਪੜ੍ਹੇ ਲਿਖੇ ਬੰਦੇ, ਉਹ ਬੋਧੀ ਰੱਖਦੇ, ਉਹ ਇੱਕ ਉਹਨਾਂ ਦਾ ਏਰੀਅਲ ਕਹਿੰਦੇ ਨੇ ਕਿ ਉਹ ਜੀ ਉਹਨਾਂ ਨੂੰ ਗਿਆਨ ਉੱਥੋਂ ਮਿਲਦਾ ਹੈ। ਅਤੇ ਜਿਹੜੇ ਸਰੇਵੜੇ ਸੀ, ਜੈਨੀ ਸੀ, ਇਹਨਾਂ ਨੂੰ ਸਾਰਿਆਂ ਨੂੰ ਸਿਰੋਂ ਗੰਜੇ ਕਰ ਦਿੱਤਾ, ਚਿਮਟੇ ਫੜਾ ਤੇ ਵਾਲ ਪੁੱਟਣ ਨੂੰ। ਇਸ ਤਰ੍ਹਾਂ ਕਰਕੇ ਉਹਨਾਂ ਦੀ ਸ਼ਕਤੀ ਸਾਰੀ ਖਤਮ ਹੋ ਗਈ। ਫਿਰ ਉਸ ਨੇ ਜੱਗ ਕਰਨ ਤੋਂ ਰੋਕ ਦਿੱਤਾ ਅਤੇ ਜੀਵ ਮਾਰਨ ਤੋਂ ਸਭਨਾਂ ਨੂੰ ਹਟਾ ਦਿੱਤਾ। ਜੀਵ ਮਾਰੇ ਬਿਨਾਂ ਜੱਗ ਨਹੀਂ ਹੋ ਸਕਦਾ, ਇਸ ਕਰਕੇ ਕੋਈ ਜੱਗ ਨਹੀਂ ਕਰਦਾ। ਇਸ ਕਰਕੇ ਜੱਗਾਂ ਦਾ ਨਾਸ਼ ਹੋ ਗਿਆ। ਜੇ ਕੋਈ ਜੀਵ ਨੂੰ ਮਾਰਦਾ ਹੈ, ਉਸ ਦੀ ਜਗਤ ਵਿੱਚ ਨਿੰਦਿਆ ਹੁੰਦੀ ਹੈ। ਜੀਵ ਮਾਰੇ ਬਿਨਾਂ ਜੱਗ ਨਹੀਂ ਹੁੰਦਾ, ਅਤੇ ਜੋ ਕੋਈ ਜੀਵ ਨੂੰ ਮਾਰੇ ਬਿਨਾਂ ਜੱਗ ਕਰਦਾ ਹੈ, ਉਸ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਤਰ੍ਹਾਂ ਦਾ ਸਭਨਾਂ ਨੂੰ ਉਪਦੇਸ਼ ਦਿੱਤਾ ਤਾਂ ਜੋ ਕੋਈ ਰਾਜਾ ਜੋ ਜੱਗ ਨਾ ਕਰ ਸਕੇ। ਸਭ ਨੂੰ ਗਲਤ ਮਾਰਗ ਉੱਤੇ ਪਾ ਦਿੱਤਾ, ਜਿਸ ਦੇ ਫਲਸਰੂਪ ਕੋਈ ਵੀ ਧਰਮ ਕਰਮ ਨਾ ਕਰ ਸਕਿਆ। ਇਹ ਮਤਲਬ ਅਕਾਲ ਪੁਰਖ ਦੀ ਸਲਾਹ ਨਾਲ ਅਰਹੰਤ ਦੇਵ ਦਾ ਅਵਤਾਰ ਧਾਰ ਕੇ ਵਿਸ਼ਨੂੰ ਜੀ ਕਰ ਰਹੇ ਨੇ। ਪਰ ਜੇ ਇਹਨਾਂ ਨੂੰ ਅਸੀਂ ਧਰਮ ਕਰਮ ਚੰਗੇ ਕੰਮ ਕਹਾਂਗੇ, ਸ਼ੈਤਾਨੀ ਨਾ ਕਹਾਂਗੇ, ਫਿਰ ਵੀ ਸਾਡੀ ਮਰਜ਼ੀ ਹੈ। ਫਿਰ ਅਸੀਂ ਗੁਰੂ ਨਾਨਕ ਦੇ ਧਰਮ ਨੂੰ ਕਿੱਧਰ ਨੂੰ ਲਿਜਾਣਾ ਚਾਹੁੰਦੇ। ਮੇਰੀ ਨਜ਼ਰੇ ਤਾਂ ਇਹ 420 ਹੈ, ਫੌਲ ਪਲੇ ਹੈ, ਗਲਤ ਕੰਮ ਹੈ। ਵੀ ਕਿਸੇ ਨੂੰ ਧਰਮ ਕਰਮ ਕਰਨ ਤੋਂ ਰੋਕਣ ਲਈ ਉਹਨਾਂ ਵਿੱਚ ਘੁਸਪੈਠ ਕਰਕੇ ਉਹਨਾਂ ਨੂੰ ਖਤਮ ਕਰਨ ਦਾ ਤਰੀਕਾ ਕਿਸੇ ਤਰ੍ਹਾਂ ਵੀ ਸਮਾਜਿਕ ਨਹੀਂ ਹੈ, ਕਿਸੇ ਤਰ੍ਹਾਂ ਵੀ ਧਾਰਮਿਕ ਨਹੀਂ ਹੈ। ਪਰ ਜੇ ਫਿਰ ਵੀ ਤੁਸੀਂ ਕਹਿਣਾ ਵੀ ਇਹ ਗ੍ਰੰਥ ਸਾਡਾ ਬੜਾ ਮਹਾਨ ਹੈ, ਇਹ ਮੇਰਾ ਗੁਰੂ ਗੋਬਿੰਦ ਸਿੰਘ ਜੀ ਅਜਿਹੀਆਂ ਗੱਲਾਂ ਨਾਲ ਸਾਨੂੰ ਨਹੀਂ ਜੋੜ ਸਕਦੇ ਕਿਸੇ ਹਾਲਤ ਵਿੱਚ, ਕਿਉਂਕਿ ਉਹ ਗੁਰੂ ਨਾਨਕ ਦੀ 10ਵਾਂ ਸਰੂਪ, ਗੁਰੂ ਨਾਨਕ ਦੀ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ ਸੀ। ਕੋਈ ਹੋਰ ਨਹੀਂ ਸਨ ਕਿ ਜਿਹੜਾ ਗੁਰੂ ਨਾਨਕ ਨਾਲੋਂ ਕੋਈ ਅਲੱਗ ਮਾਰਗ ਚੱਲਣਾ। ਜਿਹੜਾ ਗੁਰੂ ਨਾਨਕ ਇਹ ਕਹਿੰਦਾ ਹੈ, ਗੁਰੂ ਨਾਨਕ ਪਾਤਸ਼ਾਹ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਉਹ ਗੁਰੂ ਨਾਨਕ ਪਾਤਸ਼ਾਹ, ਉਹਦੀ ਜੋਤ ਕੀ ਇੱਦਾਂ ਦੀਆਂ ਕਹਾਣੀਆਂ ਸਾਨੂੰ ਸੁਣਾਊਗੀ ਕਿ ਭਾਈ ਤੁਸੀਂ ਕਿਸੇ ਨੂੰ ਧਰਮ ਕਰਮ ਨਹੀਂ ਕਰਨ ਦੇਣਾ, ਤੁਹਾਡੀ ਮੋਨੋਪੋਲੀ ਹੈ। ਤੁਸੀਂ ਬਾਣੀ ਪੜ੍ਹੋਗੇ, ਤੁਸੀਂ ਬਾਣੀ ਪੜ੍ਹ ਕੇ ਸੁਣਾਓਗੇ। ਆਹ ਜਿਹੜੇ ਬਾਕੀ ਨੇ ਨਾ, ਆਹ ਕੰਮ ਧੰਦਿਆਂ ਕਰਨ ਵਾਲੇ, ਖੇਤੀਬਾੜੀ ਵਾਲੇ, ਹੋਰ ਮਜ਼ਦੂਰੀ ਕਰਨ ਵਾਲੇ, ਇਹਨਾਂ ਨੂੰ ਬਾਣੀ ਪੜ੍ਹਨ ਦਾ ਹੱਕ ਨਹੀਂ। ਇਸ ਵਿਧਾਨ ਅਨੁਸਾਰ ਤਾਂ ਇਹੀ ਬਣਦਾ ਜੋ ਆ ਲਿਖਿਆ ਹੋਇਆ। ਪਰ ਸਾਡੇ ਸਤਿਗੁਰ ਕਦੀ ਵੀ ਅਜਿਹੀ ਗੱਲ ਨਹੀਂ ਕਰ ਸਕਦੇ। ਇਸ ਤਰ੍ਹਾਂ ਅਰਹੰਤ ਦੇਵ ਨੇ 10,000 ਸਾਲ ਰਾਜ ਕੀਤਾ, ਭਾਵ ਉਹਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਜੀਵ ਹੱਤਿਆ ਦਾ ਡਰ ਪਾ ਕੇ ਇਸ਼ਨਾਨ ਨਹੀਂ ਕਰਦੇ। ਇੱਕ ਹੋਰ ਇਹਦੇ ਵਿੱਚ ਨੁਕਤਾ
ਇਹਨੇ ਲਗਾਇਆ ਇੱਥੇ। ਕਹਿੰਦੇ ਇਸ਼ਨਾਨ ਕਰਨ ਤੋਂ ਬਗੈਰ ਪਵਿੱਤਰ ਨਹੀਂ ਹੋ ਸਕਦੇ। ਨਾ ਭਾਈ, ਗੁਰਮਤਿ ਵਿੱਚ ਪਵਿੱਤਰ ਅਪਵਿੱਤਰ ਵਾਲੀ ਗੱਲ ਨਹੀਂ। ਇਸ਼ਨਾਨ ਪਵਿੱਤਰਤਾ ਲਈ ਨਹੀਂ ਕੀਤਾ ਜਾਂਦਾ, ਇਸ਼ਨਾਨ ਸਰੀਰ ਦੀ ਸਫਾਈ ਲਈ ਕੀਤਾ ਜਾਂਦਾ। ਇਹ ਇੱਕ ਇੱਕ ਸ਼ਬਦ ਕਰਕੇ ਸਾਡੇ ਵਿੱਚ ਇੰਜੈਕਟ ਕੀਤਾ ਗਿਆ। ਇੱਕ ਇਹਨੇ ਛੋਟੇ ਜਿਹੇ ਪ੍ਰਸੰਗ ਵਿੱਚ 8-10 ਨੁਕਤੇ ਸਾਡੇ ਵਿੱਚ ਵਾੜ ਦਿੱਤੇ ਗਏ। ਕਿਹੜੇ ਕਿਹੜੇ ਨੁਕਤੇ ਵਾੜ ਦਿੱਤੇ ਗਏ? ਪਹਿਲੀ ਗੱਲ ਹੈ ਕਿ ਦਾਨ ਦੇਣਾ ਬਾਹਮਣਾਂ ਨੂੰ ਨੇਕ ਕੰਮ ਹੈ। ਦੂਜੀ ਗੱਲ, ਯੱਗ ਕਰਨੇ, ਬਲੀ ਦੇਣੀ ਨੇਕ ਕੰਮ ਹੈ। ਤੀਜੀ ਗੱਲ, ਤੀਰਥਾਂ 'ਤੇ ਯਾਤਰਾ ਕਰਨੀ ਚੰਗੀ ਗੱਲ ਹੈ, ਉਹ ਪੁੰਨ ਕੰਮ ਹੈ। ਚੌਥੀ ਗੱਲ, ਰੱਬ ਜਿਹੜਾ ਉਹ ਭਿੰਨ ਭੇਦ ਕਰਦਾ, ਰੱਬ ਨਿਰਵੈਰ ਨਹੀਂ ਹੈ। ਪੰਜਵੀਂ ਗੱਲ ਜਿਹੜੀ ਹੈ ਇਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਭਾਈ ਜਿਹੜਾ ਹੈ ਸ਼ੂਦਰ ਹੈ, ਜਿਹੜੇ ਦੈਂਤ ਉਹਨਾਂ ਨੂੰ ਕਹਿ ਦਿਓ, ਸ਼ੂਦਰ ਕਹਿ ਦਿਓ, ਜੋ ਮਰਜ਼ੀ ਕਹਿ ਦਿਓ, ਉਹ ਹਰ ਬੰਦੇ ਨੂੰ ਭਾਵ ਬਾਣੀ ਪੜ੍ਹਨ ਦਾ ਹੱਕ ਨਹੀਂ ਹੈ। ਔਰ ਛੇਵੀਂ ਗੱਲ ਇਹ ਹੋ ਗਈ ਕਿ ਇਸ਼ਨਾਨ ਅਸੀਂ ਸਰੀਰ ਦੀ ਸਫਾਈ ਲਈ ਨਹੀਂ ਕਰਦੇ, ਸਗੋਂ ਪਵਿੱਤਰ ਹੋਣ ਲਈ ਕਰਦੇ ਹਾਂ। ਆਹ ਜਿਹੜਾ ਮੁੱਖ ਗੱਲ ਜਿਹੜੀ ਹੈ, ਸੱਤਵੀਂ ਗੱਲ ਜਿਹੜੀ ਮੇਨ ਕਰ ਦਿੱਤੀ ਆ ਵੀ ਕਿਸੇ ਨੂੰ ਖਤਮ ਕਰਨਾ ਹੋਵੇ ਤਾਂ ਕੁਝੀਆਂ ਚਾਲਾਂ ਚੱਲ ਕੇ ਉਹਨਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿਓ। ਇਹ ਧਰਮ ਕਰਮ ਹੈ। ਆਹ 7-8 ਗੱਲਾਂ ਇਸ ਪੂਰੀ ਕਹਾਣੀ ਵਿੱਚ ਸਾਨੂੰ ਸਮਝਾਈਆਂ ਗਈਆਂ ਹਨ। 10,000 ਸਾਲ ਰਾਜ ਕੀਤਾ ਅਰਹੰਤ ਦੇਵ ਜਿਹੜਾ ਅਵਤਾਰ ਸੀ, 15ਵਾਂ ਅਵਤਾਰ ਵਿਸ਼ਨੂੰ ਦਾ, ਅਤੇ ਉਸਨੇ ਦੈਂਤਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਹੁਣ ਮੈਂ ਕਈ ਵਾਰੀ ਇਹ ਸੋਚਦਾ, ਵੀਰੋ ਗੁੱਸਾ ਨਹੀਂ ਕਰਨਾ, ਪਰ ਮੈਨੂੰ ਇੰਝ ਲੱਗਦਾ ਜਿਹੜੇ ਵੀਰ ਭੈਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਇਹਨਾਂ ਗ੍ਰੰਥਾਂ ਦੀ ਕਥਾ ਕਰਕੇ ਇਹਨਾਂ ਦੀ ਵਡਿਆਈ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਗਿਆਨ ਬਖਸ਼ਿਆ, ਜਿਹੜੇ ਇਹ ਕਹਿੰਦੇ ਨੇ ਗਿਆਨ ਬੜਾ ਵਡਮੁੱਲਾ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ, ਮੈਨੂੰ ਇੰਝ ਹੀ ਲੱਗਦਾ ਉਹ ਸਾਡੇ ਸਿੱਖੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਅਰਹੰਤ ਦੇਵ ਵਾਲਾ ਹੀ ਕੰਮ ਕਰ ਰਹੇ ਹਨ। ਉਹ ਕੋਈ ਵੀ ਹੋਵੇ, ਕਿੱਡਾ ਮਹਾਨ ਉਹਦਾ ਨਾਮ ਕਿਉਂ ਨਾ ਹੋਵੇ, ਪਰ ਜੇਕਰ ਉਹ ਇਹਨਾਂ ਵਿਚਾਰਾਂ ਨੂੰ ਸਮਾਜ ਵਿੱਚ, ਸੰਗਤ ਵਿੱਚ ਜੋ ਹੈ ਪ੍ਰਚਾਰ ਰਹੇ ਹਨ, ਜਿਹੜੀਆਂ ਗੱਲਾਂ ਅਸੀਂ ਹੁਣ ਕੀਤੀਆਂ, ਤਾਂ ਮੈਂ ਕਹਾਂਗਾ ਉਹ ਸਾਰੇ ਅਰਹੰਤ ਦੇ ਅਵਤਾਰ ਹਨ, ਅਰਹੰਤ ਦੇਵ ਦੇ ਅਵਤਾਰ ਹਨ। ਭਾਵੇਂ ਗੋਲ ਪੱਗਾਂ ਬੰਨ੍ਹ ਕੇ ਜਾਂ ਕੋਈ ਬਾਣਾ ਪਾ ਕੇ ਬਹੁਤ ਸੋਹਣੇ ਲੱਗ ਕੇ ਗੱਲਾਂ ਕਰਦੇ ਹੋਣ, ਪਰ ਹੈ ਉਹ ਅਰਹੰਤ ਦੇਵ ਦੇ ਅਵਤਾਰ। ਉਹ ਸਾਡਾ ਸਰੂਪ ਧਾਰਨ ਕਰਕੇ ਸਾਨੂੰ ਹੀ ਖਤਮ ਕਰ ਰਿਹਾ। ਗੁਰੂ ਨਾਨਕ ਦੀ ਫਲਵਾੜੀ, ਗੁਰੂ ਨਾਨਕ ਦੀ ਸਿੱਖੀ ਨੂੰ ਖਤਮ ਕਰ ਰਿਹਾ। ਇਹ ਸਾਰੇ ਅਰਹੰਤ ਦੇਵ ਹੈ। ਇਹ ਸਿੱਖਾਂ ਨੇ ਪਛਾਣਨਾ ਕਿ ਅਰਹੰਤ ਦੇਵ ਕੌਣ ਕੌਣ ਹੈ, ਕਿਵੇਂ ਕਿਵੇਂ ਉਹ ਸਾਨੂੰ ਖਤਮ ਕਰ ਰਿਹਾ। ਨਹੀਂ ਤਾਂ ਭਾਈ ਜਿਵੇਂ ਉਹ ਦੈਂਤਾਂ ਨੂੰ ਖਤਮ ਕਰ ਦਿੱਤਾ ਸੀ, ਦੈਂਤ ਇਹਨਾਂ ਦੇ ਲਫ਼ਜ਼ਾਂ ਵਿੱਚ ਦੈਂਤ ਹੈ, ਪਰ ਮੈਨੂੰ ਕੋਈ ਬੰਦਾ ਲੱਭ ਕੇ ਦੱਸੇ ਵੀ ਉਹਨਾਂ ਨੇ ਗਲਤੀ ਕੀ ਕੀਤੀ ਹੈ। ਹਰ ਬੰਦਾ ਬਰਾਬਰਤਾ ਚਾਹੁੰਦਾ, ਹਰ ਬੰਦਾ ਚਾਹੁੰਦਾ ਵੀ ਇਹ ਰਾਜ ਕਰਦਾ, ਮੈਂ ਕਿਉਂ ਨਾ ਕਰਾਂ। ਮੈਂ ਕਰਨਾ, ਰਾਜ ਹੀ ਖੋਂਦੇ ਸੀ ਨਾ ਇੱਕ ਦੂਜੇ ਤੋਂ। ਉਹਨਾਂ ਨੇ ਕਿਸੇ ਦੀ ਧੀ ਭੈਣ ਨੂੰ ਕੋਈ ਬੁਰਾ ਭਲਾ ਨਹੀਂ ਕਿਹਾ, ਕਿਸੇ ਨੂੰ ਨਜਾਇਜ਼ ਬਿਲਕੁਲ ਤੰਗ ਨਹੀਂ ਕੀਤਾ, ਨਾ ਉਹਦਾ ਦੈਂਤ ਰੱਖ ਦਿੱਤਾ। ਅਸੀਂ ਉਹਨਾਂ ਨੂੰ ਬੁਰੀ ਨਜ਼ਰ ਨਾਲ ਦੇਖਣ ਲੱਗ ਗਏ। ਪਰ ਮੈਨੂੰ ਤਾਂ ਇੰਝ ਹੀ ਲੱਗਦਾ ਕਿ ਉਹ ਬੰਦੇ ਕਿਰਤੀ ਸਨ। ਆਹ ਬੰਦੇ ਜਿਹੜੇ ਜਿਨ੍ਹਾਂ ਨੂੰ ਵੱਡੇ ਕਿਹਾ ਗਿਆ, ਇਹ ਮੁਫਤ ਦਾ ਖਾਣ ਵਾਲੇ ਸਨ। ਆਪੇ ਇਹਨਾਂ ਨੇ ਕਹਾਣੀਆਂ ਲਿਖੀਆਂ ਅਤੇ ਆਪਣੇ ਆਪ ਨੂੰ ਚੰਗਾ ਲਿਖ ਲਿਆ। ਸਿੱਖ ਇਤਿਹਾਸ ਵੀ ਐਸਾ ਹੀ ਹੈ। ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਨਾਲ ਗਲਤ ਕਹਾਣੀਆਂ ਜੋੜ ਦਿੱਤੀਆਂ, ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗਿਆਂ ਨਾਲ। ਜਿਹੜੇ 60, 70, 80 ਸਾਲ ਦੀ ਉਮਰ ਭੋਗ ਕੇ ਮਰੇ, ਉਹ ਮਹਾਨ ਬਹਾਦਰ ਸਿੱਖ ਕੌਮ ਦੇ ਹੀਰੇ ਕਹੇ ਜਾਣ ਲੱਗੇ। ਉਹਨਾਂ ਦੇ ਦਾ ਦਿਨ ਵੀ ਅੱਜ ਕੱਲ੍ਹ ਸ਼ਹੀਦੀ ਦਿਨ 'ਤੇ
ਉਹਨਾਂ ਦੇ ਜਿਹੜੇ ਜਨਮ ਦਿਨ ਵੀ ਗੁਰੂ ਸਾਹਿਬਾਨ ਵਾਂਗੂ ਮਨਾਏ ਜਾਣ ਲੱਗੇ। ਔਰ ਬਾਬਾ ਬੰਦਾ ਸਿੰਘ ਜੋ ਅਸਲੀ ਹੀਰਾ ਸੀ ਉਸ ਨੂੰ ਰੋਲ ਦਿੱਤਾ ਗਿਆ। ਸੋ ਆਓ ਅੱਜ ਦੀਆਂ ਵਿਚਾਰਾਂ ਇੰਨੀਆਂ ਕੀ ਹਨ, ਅਸੀਂ ਆਪ ਸੋਚਣਾ ਹੈ, ਗੁਰਬਾਣੀ ਪੜ੍ਹ ਕੇ ਵਿਚਾਰਨਾ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਕੀ ਭਾਈ ਇਹ ਗੁਰਮਤਿ ਅਨੁਸਾਰ ਹੋ ਰਿਹਾ। ਸਟੇਜਾਂ ਤੋਂ ਘੱਟੋ ਘੱਟ ਜਾਗ ਜਾਓ, ਇਹੋ ਜਿਹੇ ਪਖੰਡੀਆਂ ਨੂੰ ਬਾਹਰ ਬਹਿ ਕੇ ਆਰਾਮ ਨਾਲ ਪੁੱਛੋ ਭਾਈ ਗੁਰਬਾਣੀ ਅਨੁਸਾਰ। ਕਿਉਂਕਿ ਹੁਣ ਇੱਕ ਬਾਬਾ ਕਹਿਣ ਲੱਗਾ, ਦੇਖੋ ਜੀ ਗੁਰੂ ਗੋਬਿੰਦ ਸਿੰਘ ਨੇ ਔਰਤਾਂ ਨੂੰ ਬਰਾਬਰ ਦਾ ਹੱਕ ਦੇਣ ਲਈ ਪਤਾ ਕੀ ਕੀਤਾ ਗੁਰੂ ਸਾਹਿਬ ਨੇ? ਗੁਰੂ ਸਾਹਿਬ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਚੰਡੀ ਦੀ ਵਾਰ ਨਹੀਂ ਸੀ। ਜਿਹੜੇ ਚੰਡੀ ਦੀ ਪੂਜਾ ਕਰਦੇ ਨੇ, ਜਿਹੜੇ ਦੇਵੀ ਦੀ ਪੂਜਾ ਕਰਦੇ ਨੇ, ਉਹ ਤਾਂ 100 ਕਰੋੜ ਦੇ ਨੇੜੇ ਲੋਕ ਨੇ। ਇਹਦਾ ਮਤਲਬ ਉਹਨਾਂ ਕੋਲ ਕੁਝ ਹੈ ਹੀ ਨਹੀਂ ਸੀ। ਮਤਲਬ ਸਾਨੂੰ ਉਲਝਣਾ ਵਿੱਚ ਪਾਇਆ ਗਿਆ। ਜਿਸ ਨੇ ਮੰਨਣਾ ਕਿਸੇ ਦੇਵੀ ਦੇਵਤੇ ਨੂੰ ਉਹਦੀ ਮਰਜ਼ੀ ਹੈ, ਜੇ ਕਿਸੇ ਸਿੱਖ ਨੇ ਮੰਨਣਾ ਉਹਦੀ ਮਰਜ਼ੀ ਹੈ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। ਹਰ ਬੰਦਾ ਆਜ਼ਾਦ ਹੈ ਜੋ ਮੰਨਣਾ। ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਦੇਵੀ ਦੇਵਾ ਮੂਲ ਹੈ ਮਾਇਆ, ਵਡਿਆਈ ਕਰਨੀ ਤੇ ਫਿਰ ਗੁਰੂ ਇਹ ਤਾਂ ਕੁੱਛੜ ਬਹਿ ਕੇ ਦਾੜੀ ਪੁੱਟਣ ਵਾਲੀ ਗੱਲ ਹੋ ਗਈ ਨਾ। ਤੇ ਇਸ ਤੋਂ ਸਾਨੂੰ ਆਪਣੇ ਆਪ ਨੂੰ ਗੁਰੇਜ਼ ਕਰਨਾ ਚਾਹੀਦਾ, ਬ੍ਰੇਕਾਂ ਲਾਉਣੀਆਂ ਚਾਹੀਦੀਆਂ, ਰੁਕਣਾ ਚਾਹੀਦਾ। ਫਿਰ ਜੇ ਚੰਗਾ ਨਹੀਂ ਕਰ ਸਕਦੇ ਮਾੜਾ ਵੀ ਨਾ ਕਰੋ ਭਾਈ, ਚੁੱਪ ਰਹੋ, ਆਪਣਾ ਹੋਰ ਕੋਈ ਕੰਮ ਕਰ ਲਓ। ਅੱਜ ਦੀਆਂ ਵਿਚਾਰਾਂ ਇੱਥੇ ਸੰਕੋਚਦੇ ਹਾਂ। ਇੱਕੋ ਹੀ ਬੇਨਤੀ ਕਰਾਂਗਾ ਕਿ ਭਾਈ ਜੇ ਇਹ ਵਿਚਾਰਾਂ ਚੰਗੀਆਂ ਲੱਗਦੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਵੀ ਕਰੋ ਔਰ ਸਾਂਝਾ ਕਰੋ। ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਕੋਲ ਭੇਜੋ ਤਾਂ ਕਿ ਹੌਲੀ ਹੌਲੀ ਸਮਾਜ ਵਿੱਚ, ਸੰਗਤ ਵਿੱਚ ਗਿਆਨ ਦਾ ਪ੍ਰਕਾਸ਼ ਹੋ ਸਕੇ ਔਰ ਅਸੀਂ ਗੁਰਮਤਿ ਗਾਡੀ ਰਾਹ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿੱਚ ਅੱਗੇ ਚੱਲ ਸਕੀਏ ਤੇ ਕੂੜ ਕਬਾੜ ਜੋ ਕੁਝ ਹੈ ਉਸ ਨੂੰ ਰੱਦ ਕਰ ਸਕੀਏ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।